A very good morning to the students of 11th class. Here your English teacher Miss Paramveer Kaur. Yesterday we have done the noun phrase and we have completed it. I have given you an exercise. I hope you have solved that exercise. So for today we are going to start with the next type of nouns, that is countable and uncountable. Now countable, as the name suggests, that means the nouns which we can easily count, those are called countable nouns. काउंटेबल मतलब कि ਉਹ ਨਾਮ ਜਿਹੜੇ ਆਪਾਂ ਆਸਾਨੀ ਨਾਲ ਕਾਊਂਟ ਕਰ ਸਕਦੇ ਹਾਂ, ਗਿਣ ਸਕਦੇ ਹਾਂ, those are called countable nouns. And uncountable means those nouns which cannot be counted easily, ਕਿ ਉਹ ਨਾਮ ਜਿਹੜੇ ਆਪਾਂ ਕਾਊਂਟ ਨਹੀਂ ਕਰ ਸਕਦੇ, ਜਿਹੜੇ ਗਿਣੇ ਨਹੀਂ ਜਾ ਸਕਦੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ uncountable nouns. Okay, so let's get started. Now let us read about the topic. In the last chapter you have read that the head word of a noun phrase is a noun or a pronoun. ਇਹਦੇ ਵਿੱਚ ਸੇਮ ਦੱਸਿਆ ਕਿ ਜਿਹੜਾ ਲਾਸਟ ਚੈਪਟਰ ਸੀ ਉਹਦੇ ਵਿੱਚ ਆਪਾਂ ਕੀ ਕਰਕੇ ਆਏ ਆ ਕਿ ਜਿਹੜਾ ਨਾਊਨ ਫਰੇਜ਼ ਆ ਉਹਦੇ ਵਿੱਚ ਜਿਹੜਾ ਮੇਨ ਵਰਡ ਹੁੰਦਾ ਵਾ, ਹੈਡ ਵਰਡ ਹੁੰਦਾ, ਉਹ ਕੀ ਹੁੰਦਾ ਵਾ, ਜਾਂ ਤਾਂ ਨਾਊਨ ਹੁੰਦਾ ਵਾ ਜਾਂ ਫਿਰ ਹੁੰਦਾ ਵਾ ਪ੍ਰੋਨਾਊਨ. ਵੈਨ ਇਟ ਇਜ਼ ਅ ਨਾਊਨ, ਕਹਿੰਦੇ ਜਦੋਂ ਉਹ ਨਾਊਨ ਹੁੰਦਾ ਹੈ, ਇਟ ਕੈਨ ਹੈਵ ਡਿਟਰਮੀਨਰ, ਐਡਵਰਬ, ਐਡਜੈਕਟਿਵਸ ਬਿਫੋਰ ਇਟ. ਇਹ ਵੀ ਆਪਾਂ ਰੀਡ ਕੀਤਾ ਕਿ ਜਿਹੜਾ ਇੱਕ ਨਾਊਨ ਫਰੇਜ਼ ਆ ਉਹਦੇ ਵਿੱਚ ਕੀ ਕੀ ਇਨਕਲੂਡ ਹੋ ਸਕਦਾ ਵਾ. ਨੰਬਰ 1 ਡਿਟਰਮੀਨਰ, ਨੰਬਰ 2 ਐਡਵਰਬ, ਨੰਬਰ 3 ਐਡਜੈਕਟਿਵ ਐਂਡ ਆਲਸੋ ਪ੍ਰੋਨਾਊਨ. ਇਹ ਚੀਜ਼ਾਂ ਕੀ ਆ ਨਾਊਨ ਦੇ ਵਿੱਚ ਇਨਕਲੂਡ ਹੋ ਸਕਦੀਆਂ. ਸੋ ਇਟਸ ਅ ਕਾਈਂਡ ਆਫ ਬਰੀਫਿਕੇਸ਼ਨ. ਨੈਕਸਟ ਕਰਦੇ ਆਪਾਂ now you should be able to arrange words in the right order to form noun phrase. ਕਹਿੰਦੇ ਹੁਣ ਤੱਕ ਤੁਹਾਨੂੰ ਬੱਚਿਓ ਇਹ ਆਈਡੀਆ ਹੋ ਗਿਆ ਹੋਣਾ ਵਾ ਕਿ ਜਿਹੜਾ ਆਪਾਂ ਨਾਊਨ ਫਰੇਜ਼ ਆ ਉਹਨੂੰ ਇੱਕ ਸਹੀ ਸੀਕੁਐਂਸ ਦੇ ਵਿੱਚ ਕਿਵੇਂ ਅਰੇਂਜ ਕਰਨਾ ਵਾ. ਸੋ ਲੈਟ ਅਸ ਮੂਵ ਟੂਵਰਡਸ ਦੀ ਐਕਸਰਸਾਈਜ਼. ਇਹਦੇ ਵਿੱਚ ਆਪਾਂ ਕੀ ਆ, ਆਪਾਂ ਨੂੰ ਅਗੇਨ ਨਾਊਨ ਫਰੇਜ਼ ਇਹਦੇ ਵਿੱਚ ਦਿੱਤੇ ਹੋਏ ਆ. ਤੁਸੀਂ ਕੀ ਕਰਨਾ ਵਾ, ਉਹ ਨਾਊਨ ਫਰੇਜ਼ਸ ਨੂੰ ਇੱਕ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ. ਇਹ ਕੀ ਆ, ਸੀਕੁਐਂਸ ਦੇ ਵਿੱਚ ਨਹੀਂ ਹੈਗੇ, ਉਲਟ ਫੁਲਟ ਦਿੱਤੇ ਹੋਏ ਆ. ਤੁਸੀਂ ਇਹਨਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਰੱਖਣਾ ਵਾ. ਆਲ ਰਾਈਟ, ਸੋ ਲੈਟਸ ਗੈਟ ਸਟਾਰਟਿਡ. ਐਕਸਰਸਾਈਜ਼ ਨੰਬਰ 15. ਨਾਓ rearrange words in the following sets as to form grammatically correct noun phrases. ਜਿਹੜੇ ਕਹਿੰਦੇ ਨੀਚੇ ਦਿੱਤੇ ਹੋਏ ਸ਼ਬਦ ਆ ਉਹਨਾਂ ਨੂੰ ਕੀ ਆ ਇੱਕ ਸੀਕੁਐਂਸ ਦੇ ਵਿੱਚ ਅਰੇਂਜ ਕਰੋ ਤਾਂ ਕਿ ਗ੍ਰਾਮੈਟਿਕਲੀ ਉਹ ਸਹੀ ਨਾਊਨ ਫਰੇਜ਼ ਬਣ ਸਕੇ. ਫਸਟ ਆਫ ਆਲ ਲੈਟ ਅਸ ਲੁੱਕ ਐਟ ਦੀ ਐਗਜ਼ਾਮਪਲ. ਸਭ ਤੋਂ ਪਹਿਲਾਂ ਆਪਾਂ ਐਗਜ਼ਾਮਪਲ ਦੇਖਦੇ ਹਾਂ. ਐਗਜ਼ਾਮਪਲ ਕੀ ਹੈ, ਡਿਲਾਈਟਫੁਲ ਕੋਮਾ ਅ ਕੋਮਾ ਡ੍ਰੀਮ. ਇਹ ਕੀ ਹੈ, ਇੱਕ ਨਾਊਨ ਫਰੇਜ਼ ਦਿੱਤਾ ਵਾ ਪਰ ਉਹ ਨਾਊਨ ਫਰੇਜ਼ ਕਿਵੇਂ ਦਿੱਤਾ ਵਾ, ਉਲਟ ਫੁਲਟ ਕਰਕੇ ਦਿੱਤਾ ਵਾ. ਇਹਨੂੰ ਆਪਾਂ ਸੀਕੁਐਂਸ ਦੇ ਵਿੱਚ ਲੈ ਕੇ ਆਉਣਾ. ਦੇਖੋ ਕਿਵੇਂ ਬਣ ਗਿਆ. ਨਾਊਨ ਫਰੇਜ਼ ਲਿਖ ਕੇ ਕੀ ਆ ਗਿਆ ਪਹਿਲਾਂ, ਫਿਰ ਕੀ ਆ ਗਿਆ ਡਿਲਾਈਟਫੁਲ, ਨੈਕਸਟ ਕੀ ਆ ਗਿਆ ਡ੍ਰੀਮ. ਸੋ ਕੀ ਆ ਗਿਆ ਆਪਣੇ ਕੋਲ ਡਿਟਰਮੀਨਰ, ਡਿਲਾਈਟਫੁਲ ਕੀ ਆ ਗਿਆ ਐਡਜੈਕਟਿਵ, ਡ੍ਰੀਮ ਕੀ ਆ ਗਿਆ ਆਪਣੇ ਕੋਲ ਨਾਊਨ. ਸੋ ਇਹ ਕੀ ਬਣ ਗਿਆ ਇੱਕ ਨਾਊਨ ਫਰੇਜ਼. ਨੈਕਸਟ ਦੇਖਦੇ ਹਾਂ, ਏ ਤੋਂ ਸਟਾਰਟ ਕਰਦੇ ਹਾਂ ਆਪਾਂ. ਓਕੇ, ਸੋ ਫਸਟ ਵਨ ਇਜ਼ ਜਰਨੀ, ਇੰਜੋਏਬਲ, ਐਨ. ਇਹਦੇ ਵਿੱਚ ਕੀ ਆਊਗਾ, ਪਹਿਲਾਂ ਆਰਟੀਕਲ ਪਹਿਲਾਂ ਲਵਾਂਗੇ. ਪਹਿਲਾਂ ਕੀ ਆਏਗਾ ਐਨ, ਸੈਕਿੰਡ ਕੀ ਆ ਜਾਏਗਾ ਇੰਜੋਏਬਲ, ਥਰਡ ਕੀ ਆ ਗਿਆ ਜਰਨੀ ਵਿਚ ਇਜ਼ ਅ ਨਾਊਨ. ਫਿਰ ਕੀ ਆ ਅ ਡਿਫੀਕਲਟ ਬੁੱਕ. ਇਹ ਕਿਵੇਂ ਰਹਿ ਜੂਗਾ, ਐਜ਼ ਇਟ ਇਜ਼ ਰਹਿ ਜੂਗਾ ਅ ਡਿਫੀਕਲਟ ਬੁੱਕ. ਫਿਰ ਹੈ ਕਲਾਸ ਅ ਸੀਨੀਅਰ. ਹੁਣ ਇਹਦੇ ਵਿੱਚ ਕੀ ਆ ਜੂਗਾ, ਸੀਨੀਅਰ ਅੱਗੇ ਆਏਗਾ, ਜਿਵੇਂ ਕਿ ਅ ਸੀਨੀਅਰ ਕਲਾਸ. ਫੋਰਥ ਕੀ ਆ ਗਿਆ ਸਟੋਰੀ ਐਂਡ ਇੰਟਰਸਟਿੰਗ. ਹੁਣ ਇਹਦੇ ਵਿੱਚ ਕਿਵੇਂ ਇਹਨੂੰ ਅਰੇਂਜ ਕਰਾਂਗੇ ਆਪਾਂ, ਫਸਟ ਆਪਾਂ ਲੈ ਕੇ ਆਵਾਂਗੇ ਡਿਟਰਮੀਨਰ ਐਨ, ਫਿਰ ਆ ਜਾਊਗਾ ਉਸ ਤੋਂ ਬਾਅਦ ਇੰਟਰਸਟਿੰਗ ਵਿਚ ਇਜ਼ ਐਨ ਐਡਜੈਕਟਿਵ ਹੇਅਰ, ਐਂਡ ਥਰਡ ਕੀ ਆ ਜਾਏਗਾ ਸਟੋਰੀ ਵਿਚ ਇਜ਼ ਅ ਨਾਊਨ. ਸੋ ਐਨ ਇੰਟਰਸਟਿੰਗ ਸਟੋਰੀ. ਫਿਰ ਕੀ ਆ ਗਿਆ ਫਿਫਥ ਦੇ ਵਿੱਚ ਵੈਰੀ, ਵਰਡ, ਅ ਰਿਮਾਰਕੇਬਲ. ਹੁਣ ਇਹਦੇ ਵਿੱਚ ਕੀ ਆ ਜਾਏਗਾ, ਫਸਟ ਡਿਟਰਮੀਨਰ ਆਏਗਾ ਅ, ਸੈਕਿੰਡ ਕੀ ਹੈ ਵੈਰੀ, ਵੈਰੀ ਕੀ ਹੈ ਐਡਵਰਬ. ਸੋ ਇੱਥੇ ਕੀ ਐਡ ਕਰਾਂਗੇ ਅ ਵੈਰੀ, ਥਰਡ ਕੀ ਆ ਗਿਆ ਐਡਜੈਕਟਿਵ ਵਿਚ ਇਜ਼ ਆਪਣੇ ਕੋਲ ਕੀ ਹੈ ਰਿਮਾਰਕੇਬਲ, ਐਂਡ ਫੋਰਥ ਕੀ ਆ ਗਿਆ ਨਾਊਨ ਵਿਚ ਇਜ਼ ਵਰਡ. ਸੋ ਇਹਦਾ ਰੀਅਰੇਂਜ ਹੋ ਕੇ ਕੀ ਬਣ ਗਿਆ ਅ ਵੈਰੀ ਰਿਮਾਰਕੇਬਲ ਵਰਡ. ਆਲ ਰਾਈਟ, ਨੈਕਸਟ ਕਰਦੇ ਹਾਂ. ਹਾਂਜੀ, ਇਸੇ ਤਰ੍ਹਾਂ ਕੀ ਹੈ ਤੁਹਾਨੂੰ ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚ ਸਾਰੇ ਨਾਊਨ ਫਰੇਜ਼ਸ ਦਿੱਤੇ ਹੋਏ ਆ. ਜਿਵੇਂ ਕਿ ਬ੍ਰੈਡ ਬਰਾਊਨ ਹੋ ਗਿਆ, ਇਹਦਾ ਕੀ ਆ ਜਾਏਗਾ ਬਰਾਊਨ ਬ੍ਰੈਡ ਹੋ ਜਾਏਗਾ. ਇਸ ਤਰ੍ਹਾਂ ਜਿਹੜਾ 9th ਹੈ ਜਿਵੇਂ ਹਿਲ ਸੀਨਰੀ ਬਿਊਟੀਫੁਲ ਹੈ, ਇਹਦਾ ਆ ਜਾਏਗਾ ਬਿਊਟੀਫੁਲ ਹਿਲ ਸੀਨਰੀ. ਓਕੇ, ਸੋ ਇਸ ਤਰ੍ਹਾਂ ਕੀ ਹੈ ਤੁਹਾਨੂੰ ਸਾਰੇ A B C ਅਤੇ D ਕੈਟੇਗਰੀ ਦੇ ਵਿੱਚ ਅਲੱਗ-ਅਲੱਗ ਨਾਊਨ ਫਰੇਜ਼ਸ ਕੀ ਆ ਦਿੱਤੇ ਹੋਏ ਆ. ਇਹ ਤੁਸੀਂ ਕੀ ਹੈ ਸਾਰੇ ਅਰੇਂਜ ਕਰਨੇ ਆ. ਇੱਕ ਵਾਰ ਤੁਹਾਨੂੰ C ਦੇ ਵਿੱਚੋਂ ਵੀ ਇੱਕ ਦੋ ਕਰਕੇ ਦੱਸ ਦਿੰਦੀ ਹਾਂ ਮੈਂ. ਜਿਵੇਂ ਨਿਊਜ਼ਪੇਪਰ 3 ਇੰਗਲਿਸ਼, ਇਹਦੇ ਵਿੱਚ ਕੀ ਆ ਜਾਊਗਾ 3 ਇੰਗਲਿਸ਼ ਨਿਊਜ਼ਪੇਪਰਸ. ਓਕੇ,
ਤੇ 13 ਕਰ ਲਓ, ਈਜ਼ੀ ਹੈ। ਕੀ ਕਹਿੰਦੇ ਆ, ਆਲ ਕਲਾਸਿਸ ਸੀਨੀਅਰ, ਕੀ ਆ ਜਾਏਗਾ, ਆਲ ਸੀਨੀਅਰ ਕਲਾਸਿਸ। ਓਕੇ, ਸੋ ਨੈਕਸਟ ਆ ਗਿਆ ਜਿਵੇਂ ਡੀ ਦੇ ਵਿੱਚ ਦੇਖ ਲਓ, ਥਿੰਗਸ, ਐਨੀ ਅਦਰ, ਇਹਦੇ ਵਿੱਚ ਕੀ ਆ ਜਾਊਗਾ, ਐਨੀ ਅਦਰ ਥਿੰਗ ਇਸ ਤਰ੍ਹਾਂ ਆ ਜਾਏਗਾ। 17 ਕੀ ਹੈ, ਸਿਸਟਰ, ਯੰਗਰ, ਮਾਈ, ਇਹ 'ਚ ਕੀ ਆ ਜਾਏਗਾ, ਮਾਈ ਯੰਗਰ ਸਿਸਟਰ। ਸੋ ਜਿਹੜੇ ਮੈਂ ਬਾਕੀ ਦੇ ਨਹੀਂ ਕੀਤੇ ਉਹ ਤੁਸੀਂ ਆਪਣੇ ਆਪ ਕੀ ਕਰਨੇ ਆ ਰਾਜੇ, ਨਾउन फ्रेज ਕੀ ਕਰਨੇ ਆ ਇੱਥੇ, ਸੋਲਵ ਕਰਨੇ ਆ। ਸੋ ਲੈਟ ਅਸ ਰੀਡ ਨਾਓ। You find a an used in all sets of group A। ਕਹਿੰਦੇ ਗਰੁੱਪ A ਦੇ ਵਿੱਚ ਤੁਸੀਂ ਕੀ ਆ, A ਤੇ an ਦੇਖਿਆ ਹੋਵੇਗਾ ਹਰੇਕ ਨਾउन फ्रेज ਦੇ ਵਿੱਚ। Therefore, ਇਸ ਲਈ the noun phrase formed by rearranging words in these sets will also have a an। ਕਹਿੰਦੇ ਇਹਦਾ ਮਤਲਬ ਕਿ ਜਿਹੜੇ ਨਾउन phrase ਆਪਾਂ ਰੀਅਰੇਂਜ ਕਰਕੇ ਸੈੱਟ ਕੀਤੇ ਆ ਉਹਨਾਂ ਕੋਲ ਵੀ a n ਹੋਵੇਗਾ। ਕੈਨ ਵੀ ਡਰੋਪ a n ਫਰੋਮ ਦੀ ਫਰੇਜ਼ਸ, ਕਹਿੰਦੇ ਕਿ ਜਿਹੜੇ ਆਪਾਂ ਦੁਬਾਰਾ ਰੀਅਰੇਂਜ ਕੀਤੇ ਆ ਇਹ ਸੈਕਸ਼ਨ ਦੇ ਵਿੱਚ ਨਾउन phrase, ਕੀ ਆਪਾਂ ਉਹਦੇ ਵਿੱਚੋਂ a n ਹਟਾ ਸਕਦੇ ਹਾਂ? ਦਾ ਆਨਸਰ ਇਜ਼ ਨੋ, ਤੁਸੀਂ ਨਹੀਂ ਹਟਾ ਸਕਦੇ। ਕਿਉਂ ਨਹੀਂ ਹਟਾ ਸਕਦੇ? ਦੇਖੋ, now look at the group B। group B ਦੇ ਵਿੱਚ ਦੇਖੋ, we can use can we use a n in the phrases formed by rearranging words। ਹੁਣ ਦੇਖੋ B ਦੇ ਵਿੱਚ ਕੀ ਆ, let's have a look at the B example। bread brown, much work hard, thrilling news, hill scenery beautiful, fresh milk buffalo। ਇਹ ਕੀ ਸੀਗੇ B ਦੇ phrases ਆ, ਠੀਕ ਹੈ। ਉਹ ਕੀ ਕਹਿੰਦੇ ਆ ਵੀ कैन वी यूज़ ए एन इन दी फ्रेजेस, की आप इन्हां विच ए एन यूज़ कर सकते हैं? वो आंसर की आ गया, नो, नहीं कर सकते। नेक्स्ट, दस इस तरह यू फाइंड दैट इन सम नाउन फ्रेजेस ए एन मस्ट बी यूज्ड। कहते इस तरह तुहानूं पता लग गया होवेगा कि जिहड़े कुछ फ्रेजेस आ उहदे विच आपां ए एन जरूर यूज़ करते हैं। इन सम अदर ए एन कैन नॉट बी यूज्ड, जबकि बाकियां दे विच ए एन यूज़ नहीं हुंदे। वट डज़ द यूज़ ऑफ ए एन दैन डिपेंड ऑन। इस तरह कहते जिहड़ा ए ते एन का यूज़ आ वो आखिरकार किहदे उपर निर्भर करता वा, किहड़ी गल दे उपर डिपेंड करता वा। देखो, द यूज़ ऑफ ए एन डिपेंड ऑन द नेचर एंड फॉर्म ऑफ हैडवर्ड दैट इज़ नाउन। कहते जिहड़ा ए ते एन आ इसका यूज़ किहदे ते डिपेंड करता वा, नाउन दे उपर डिपेंड करता वा। फ्रेज दे विच जिहड़ा नाउन वर्ड है उहनूं आपां हैडवर्ड कह दिंदे आ, ਜਿਹੜਾ वर्ड है ਉਹਦੇ ਉੱਪਰ डिपेंड करता वा कि ए एन यूज़ करना ਆਪਾਂ कि नहीं करना। नाउ लुक एट द नाउन्स इन कॉलम ए एंड बी बिलो। चलो आप नाउन देखते हैं, ए ते बी दो कॉलम बनाए हुए हैं, एक ए है एक बी है। पहला आप ए वाले रीड करते हैं, ठीक। ए विच की आ गया, सिटी, क्लास, एग, लोफ, मैटल, न्यूज़पेपर। ऑल राइट। बी दे विच की आ गया, पॉपुलेशन, एजुकेशन, पोल्ट्री, ब्रेड, ब्रास, न्यूज़। एक ही आगे बी दे विच। चलो सेम इस तरह अगे भी होर दिते हुए। हुण देखो, नोट दैट यू कैन यूज़ ए एन एंड वन विद द नाउन्स ऑफ कॉलम ए वैन दे आर इन सिंगुलर। हुण जिहड़े आपां ए दे विच सारे पढ़े सीगे, जिवें कि की सीगा, देखो ध्यान नाल, सिटी, क्लास, एग, लोफ, मैटल, न्यूज़पेपर। कहंदे जिहड़े ए कॉलम दे अंडर नाउन आ जिहड़े कि की आ सिंगुलर आ सारे दे सारे, उन्हां दे नाल आपां ए एन प्लस एक नवां शब्द आ वन, ओ एन ई, वो की कर सकते हैं आपां यूज़ कर सकते हैं। क्यों यूज़ कर सकते हैं? लेट अस रीड। देखो, जदों कहंदे सिंगुलर दे विच, हुण जिवें कि इन्हां ने यूज़ भी कीता होया वा, आ सिटी, एक सिटी, वन सिटी, एक सिटी, एन एग, वन एग, अ टेबल, वन टेबल। सारे दे नाल की हो गया, ए एन और वन यूज़ होया। क्यों? क्योंकि ये सारे नाउन की आ सिंगुलर फॉर्म दे विच आ। नेक्स्ट, फर्दर यू कैन यूज़ टू, थ्री और मैनी विद द सेम वर्ड्स वैन दे आर इन प्लूरल। इस तो इलावा कहते जदों जिहड़ा सिटी आ, एग हो गया, टेबल हो गया, ये जदों प्लूरल फॉर्म दे विच होणगे, मतलब कि जदों सिटीज़ हो जाएगा, एग्स हो जाएगा, टेबल्स हो जाएगा, जदों ये सारे बहुवचन की फॉर्म दे विच होणगे, उदों आपां की यूज़ कर सकते हैं? उदों आपां यूज़ कर सकते हैं टू, थ्री और मैनी। ये वाले शब्द आपां इन्हां नाल यूज़ कर सकते हैं, जिवें कि देखो, टू सिटीज़, थ्री सिटीज़ और मैनी सिटीज़, टू एग्स, थ्री एग्स और मैनी एग्स, टू टेबल्स, थ्री टेबल्स और मैनी टेबल्स। सो इत्थे की आपां यूज़ कीता वा टू, थ्री और मैनी, कित्थे? जदों की है जिहड़ा वर्ड आ, जिहड़ा नाउन आ, वो प्लूरल फॉर्म दे विच आ। जदों नाउन सिंगुलर फॉर्म दे विच आ, आपां की यूज़ कीता वा ए एन एंड वन। ऑल राइट, कीप इट इन योर माइंड। नेक्स्ट, कैन यू यूज़ ए एन वन टू मैनी विद द नाउन्स ऑफ कॉलम बी। ਜਿਹੜੇ ਹੁਣ कॉलम बी ਦੇ ਵਿੱਚ ਕਹਿੰਦੇ नाउन फ्रेजेस आ,
ਕੀ ਆਪਾਂ ਉਹਨਾਂ ਦੇ ਨਾਲ a and one to many यूज़ कर सकते हैं? आंसर की है no। कैन यू मेक द प्लूरल ऑफ दीज नाउनस? इस तो इलावा ਜਿਹੜੇ बी ਦੇ ਕਾਲਮ ਦੇ ਵਿੱਚ ਨਾउन ਹੈ ਕੀ ਤੁਸੀਂ ਉਹਨਾਂ ਦਾ ਪਲੂਰਲ ਕਰ ਸਕਦੇ ਹੋ, ਬਣਾ ਸਕਦੇ ਹੋ ਬਹੁਵਚਨ? ਨੋ। ਦਿਸ ਇਜ਼ ਸੋ ਬਿਕੋਜ਼ ਦੇਰ ਇਜ਼ ਅ ਬੇਸਿਕ ਡਿਫਰੈਂਸ ਇਨ ਦੀਸ ਗਰੁੱਪਸ, ਕਿਉਂਕਿ ਇਹਦੇ ਵਿੱਚ ਬੇਸਿਕ ਡਿਫਰੈਂਸ ਆ। ਉਹ ਡਿਫਰੈਂਸ ਕੀ ਆ? ਦ ਨਾउन ਇਨ ਕਾਲਮ ਏ ਆਰ ਕਾਊਂਟੇਬਲ। ਕਹਿੰਦੇ ਜਿਹੜੇ ਕਾਲਮ ਏ ਦੇ ਅੰਡਰ ਸਾਰੇ ਨਾउन ਲਿਖੇ ਹੋਏ ਆ, ਜਿਵੇਂ ਕਲਾਸ ਹੋ ਗਿਆ, ਸਿਟੀ ਹੋ ਗਿਆ, ਟੇਬਲ ਹੋ ਗਿਆ, ਉਹ ਸਾਰੇ ਕੀ ਆ? ਕਾਊਂਟੇਬਲ ਨਾउन ਆ। ਕਾਊਂਟੇਬਲ ਨਾउन ਮਤਲਬ ਜਿਹੜੇ ਈਜ਼ੀਲੀ ਗਿਣੇ ਜਾ ਸਕਦੇ ਆ। ਐਂਡ ਦੂਜ ਇਨ ਕਾਲਮ ਬੀ, ਤੇ ਜਿਹੜੇ ਕਾਲਮ ਬੀ ਦੇ ਵਿੱਚ ਆ ਉਹ ਕੀ ਆ? ਅਨਕਾਊਂਟੇਬਲ ਨਾउनਸ ਆ। ਅਨਕਾਊਂਟੇਬਲ ਕੀ ਹੋ ਗਿਆ? ਕਿ ਜਿਹੜੇ ਗਿਣੇ ਨਹੀਂ ਜਾ ਸਕਦੇ। ਆਲ ਰਾਈਟ, ਚਲੋ ਦੇਖਦੇ ਹਾਂ। ਪਹਿਲੀ ਗੱਲ ਕੀ ਕਹੀ ਸੀਗੀ ਇਹਨਾਂ ਨੇ ਬੀ ਦੇ ਬਾਰੇ? ਕਿ ਜਿਹੜੇ ਬੀ ਦੇ ਵਿੱਚ ਨਾउन ਆ ਕੀ ਆਪਾਂ ਉਹਨਾਂ ਨੂੰ ਪਲੂਰਲ ਬਣਾ ਸਕਦੇ ਹਾਂ, ਪਹਿਲੀ ਗੱਲ। ਦੂਸਰੀ ਕਿਸੇ ਕੀ ਵੀ ਕੀ ਆਪਾਂ ਏ ਐਨ ਦਾ ਯੂਜ਼ ਕਰ ਸਕਦੇ ਇਹਨਾਂ ਨਾਲ ਕਿ ਨਹੀਂ? ਆ ਦੇਖੋ ਆ ਕੀ ਹੈਗਾ ਤੁਹਾਡੇ ਕੋਲ ਹੁਣ? ਗਰੁੱਪ ਬੀ, ਕਾਲਮ ਬੀ ਹੈ ਨਾ। ਦੇਖੋ ਪਾਪੂਲੇਸ਼ਨ, ਹੁਣ ਆਪਾਂ ਇਹਦੇ ਨਾਲ ਏ ਐਨ ਦਾ ਯੂਜ਼ ਕਰ ਸਕਦੇ ਹਾਂ? no, we cannot use we cannot write that a population, n population, one population नहीं लिख सकते आप। ये भी नहीं लिख सकते many population, two population, three population, क्योंकि ये सारे ऑलरेडी किया प्लूरल आ। ठीक है, फिर की आ गया एजुकेशन। हुण ये भी नहीं लिख सकते आप एजुकेशन, वन एजुकेशन या मैनी एजुकेशन, टू एजुकेशन, थ्री एजुकेशन। इसी तरह पोल्ट्री दे विच भी नहीं लिख सकते, ब्रैड दे विच भी नहीं लिख सकते, क्योंकि ये सारे की आ राजे ऑलरेडी अनकाउंटेबल की ने, एक तरीके दे अनकाउंटेबल नाउनस ने। हुण कहंदे इहदे विच बेसिक डिफरेंस क्यों आ? क्योंकि कहंदे जिहड़े नाउनस कॉलम ए दे अंडर आ वो सारे की आ? वो काउंटेबल नाउन आ, वो आपां ईजिली गिन सकते हैं। पर जिहड़े कॉलम बी दे विच आ वो सारे की आ? अनकाउंटेबल नाउनस आ, विच वी कैन नॉट काउंट, जिहड़े आपां गिन नहीं सकते। some grammarians use the above test of a and one managed to determine if a noun is countable। कहते कई की यह नाउन का टेस्ट भी यूज़ करते भी कि एक नाउन काउंटेबल हैगा वा कि नहीं। सो एक ही सीगा राजे अपने कोल दो तरह के आप नाउन अज किए। नंबर वन काउंटेबल, नंबर टू की आ अनकाउंटेबल नाउनस। ऑल राइट, सो इन्हें एक बार चंगी तरह रीड कर लियो, तो सारा आइडिया हो जाएगा कि काउंटेबल नाउन की होंगे ते अनकाउंटेबल नाउनस की होंगे। ऑल राइट, गॉड ब्लैस यू बेटा।